ਜੁਗ ਜੂਥ ਸਮਾਣੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਏ ਰਾਜ ਜੋਗ ਗੁਰੂ ਰਾਮਦਾਸ ਤੁਮਹੁ ਰਸ ਜਾਣੇ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵਾ ਅਣ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸ਼ਰਣਾ ਗੁਰ ਪ੍ਰਸਾਦੀ ਛੁਟੀਐ ਵੇਖ ਭਵ ਜਲ ਸ਼ਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਉ ਵਿਕਾਰ ਪੰਡਿਤ ਪੜੈ ਬੰਧਨ ਮੋਹ ਬਾਧਾ ਨਹਿ ਬੂਝੈ ਵਿਖਿਆ ਪਿਆਰ ਸਤਿਗੁਰ ਮਿਲਿਆ ਤ੍ਰਿਕੁਟੀ ਛੂਟੈ ਚੌਥਾ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਆ ਚੁਕਾ ਮੋਹ ਗੁਬਾਰ ਸ਼ਬਦ ਮਰੈ ਤਾਂ ਉਧਰੈ ਪਾਏ ਮੋਖ ਦੁਆਰ ਗੁਰ ਪ੍ਰਸਾਦੀ ਮਿਲ ਰਹਾ ਸਚ ਨਾਮ ਕਰਤਾਰ ਇਹ ਮਨਵਾ ਅਤ ਸਬਲ ਹੈ ਛੱਡੇ ਨਾ ਕਿਤੈ ਉਪਾਏ ਦੂਜਾ ਭਾਏ ਦੁਖ ਲਾਏਂਦਾ ਬਹੁਤੀ ਦੇ
ਸਜਾਏ। ਨਾਨਕ ਨਾਮ ਲਗੇ ਸੇ ਉਬਰੇ, ਹਉ ਮੈਂ ਸ਼ਬਦ ਗਵਾਏ। ਇਹ ਮਨੁਆ ਅਤ ਸਬਲ ਹੈ, ਛੜੇ ਨਾ ਕਿਤੈ ਉਪਾਏ। ਦੂਜਾ ਭਾਏ ਦੁਖ ਲਾਇਂਦਾ, ਬਹੁਤੀ ਦੇ ਸਜਾਏ। ਨਾਨਕ ਨਾਮ ਲਗੇ ਸੇ ਉਬਰੇ, ਹਉ ਮੈਂ ਸ਼ਬਦ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਪਾਵਨ ਸ਼ਬਦ ਸ਼੍ਰੀ ਰਾਗ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 33 ਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਇਸ ਪਾਵਨ ਅਸਥਾਨ ਦੇ ਹੈਡ ਗ੍ਰੰਥੀ ਸਾਹਿਬਾਨ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 28 ਤਰੀਕ ਨੂੰ ਆ ਰਿਹਾ ਹੈ, ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਦੀਵਾਨ ਸੱਜਣਗੇ। 29 ਤਰੀਕ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਹਨ। 30 ਤਰੀਕ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਨੇ। ਇਹਨਾਂ ਸਾਰੇ ਪਾਵਨ ਦਿਹਾੜਿਆਂ 'ਤੇ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੋ। ਆਓ ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ, ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ
ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ, ਧੁਰ ਕੀ ਬਾਣੀ, ਇਲਾਹੀ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਸ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼ਬਦ ਜੋ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਮਾਨ ਸਿੰਘ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ, ਸ਼੍ਰੀ ਰਾਗ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 33 ਅੰਗ ਤੇ ਸੁਸ਼ੋਭਿਤ ਹੈ। ਬਾਣੀ ਗੁਰੂ ਹੈ, ਭਾਵ ਸਾਰੀ ਹੀ ਬਾਣੀ ਨੂੰ ਗੁਰੂ ਦੀ ਪੱਧਤੀ ਪ੍ਰਾਪਤ ਹੈ। ਗੁਰੂ ਬਾਣੀ ਹੈ, ਸਾਡਾ ਗੁਰੂ ਕੇਵਲ ਤੇ ਕੇਵਲ ਗੁਰਬਾਣੀ ਹੈ। ਦੁਨੀਆ ਵਿੱਚ ਲੱਖਾਂ ਕਰੋੜਾਂ ਗੁਰੂ ਹੋਣਗੇ, ਸਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਬਜਾਏ ਅਸੀਂ ਇਸ ਗੱਲ ਦੇ ਕਿ ਲੋਕਾਂ ਦੇ ਜਿਹੜੇ ਗੁਰੂ ਨੇ ਅਸੀਂ ਉਹਨਾਂ ਦੀ ਇਸ਼ਾਈ ਬੁਰਾਈ ਦੇ ਵਿੱਚ ਆਪਣਾ ਸਮਾਂ ਗਵਾ ਕੇ ਬਹਿ ਜਾਈਏ। ਹਾਂ, ਜੇ ਤੁਹਾਡੇ ਕੋਲ ਵਕਤ ਹੋਵੇ ਕੰਪੈਰੇਟਿਵ ਸਟੱਡੀ ਦਾ, ਜਿਹੜੀ ਦੂਜੇ ਧਰਮਾਂ ਦੇ ਪ੍ਰਤੀ ਜਾਣਕਾਰੀ ਰੱਖਣ ਦਾ, ਤਾਂ ਜ਼ਰੂਰ ਕਰੋ। ਕੀ ਕਦੇ ਕੋਈ ਐਸਾ ਬੱਚਾ ਤੁਸੀਂ ਜ਼ਿੰਦਗੀ ਵਿੱਚ ਵੇਖਿਆ ਜਿਹਨੂੰ ਆਪਣਾ ਸਬਜੈਕਟ ਤੇ ਨਾ ਆਉਂਦਾ ਹੋਵੇ ਤੇ ਹੋਰ ਸਬਜੈਕਟ ਉਹ ਕਵੇ ਜੀ ਮੈਂ ਉਹਨਾਂ ਦੇ ਬਾਰੇ ਵੀ ਪੜ੍ਹਨਾ ਹੈ, ਮੈਂ ਉਹਨਾਂ ਦੇ ਬਾਰੇ ਕੋਚਿੰਗ ਲੈਣੀ ਹੈ, ਮੈਂ ਉਹਨਾਂ ਦੇ ਬਾਰੇ ਸਟੱਡੀ ਕਰਨੀ ਹੈ। ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਤੇ ਸਾਨੂੰ ਮੂਲ ਰੂਪ ਦੇ ਵਿੱਚ ਕੁਝ ਪੜ੍ਹਾਈਆਂ ਕਰਾਈਆਂ ਜਾਂਦੀਆਂ ਨੇ। ਉਹਦੇ ਵਿੱਚ ਪਹਿਲਾਂ ਮਾਂ ਬੋਲੀ ਹੁੰਦੀ ਹੈ ਤੇ ਮੈਥ ਹੁੰਦਾ ਹੈ, ਪਹਾੜੇ ਹੁੰਦੇ ਨੇ। ਹੌਲੀ ਹੌਲੀ ਇੱਕ ਦੋ ਨੈਸ਼ਨਲ ਭਾਸ਼ਾ ਹੋਰ ਉਹਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇ। ਉਸ ਮੁਲਕ ਦੀਆਂ ਜਿਹੜੀਆਂ ਬੋਲੀਆਂ ਹੁੰਦੀਆਂ ਨੇ
फिर कुछ संसारिक भूगोलिक ज्ञान हुंदा उहदे विच, कुछ साइंस दीयां गल्लां समझा दित्तियां जांदियां ने। ये स्कूली विद्या है, पर इस तो अगे जदों तुसीं तुरना है फिर तुहाडे ते इस गल नूं लागू कीता जांदा है कि हुण तूं सबजैक्ट जिहड़े ने वो सिलैक्ट करने ने। किहड़ी पढ़ाई करनी है, सारी पढ़ाई तेरे लिए नहीं है। इस तो अगे तू की पढ़ना है ये तू खुद फैसला करना है। और जिहड़ी मैनू गल समझ आई है कि घट पढ़े बंदे कोल बहुत ज्ञान हुंदा है, उन्होंने तो भी पता होंदा है भी पिंड दे किहड़े मुंडे ने किहड़ा नशा करना शुरू किया है। बड़ी नॉलेज हुंदी जी अनपढ़ बंदियां कोले, पर जिवें जिवें बंदे शिखर ते पहुँचते ने, मैं आप जी नूं पहलां भी दस्सिया सी कि मेरे पैरां दे विच अड्डियां दे विच दर्द सी, तो अमेरिका दे विच मेरा प्राइमरी डॉक्टर है, उन्हें कहा, मैं उन्होंने दस्सिया, वो कहंदा जी तुसीं पैरां वाले डॉक्टर नूं विखा लो। उहदे कोल जाके मैनूं पता लगा भी दोवां पैरां दे दो डॉक्टर हुंदे ने, सज्जे पैर दा डॉक्टर होर है, खब्बे दा होर है। जदों मैं अपनी सिंगणी दे अखां दा ऑपरेशन करवाया फिर पता लगा भी अखां दे भी दो डॉक्टर हुंदे ने, सज्जी अख दा होर है, खब्बी अख दा होर है। हुण तुसीं कहोगे जी नहीं असीं तो इक्को डॉक्टर तो ही ऑपरेशन कराया है, ये छोटी पढ़ाई है, ये अजे भी पढ़ाई छोटी है। जदों इस तो होर उपर जाएगी, इस तरह हड्डियां दा डॉक्टर है, हड्डियां दे डॉक्टर तो जिहड़ी मर्जी हड्डी दा इलाज करा लो, पर जदों शिखर ते जाओगे तो मैं एक ऐसे कुर्बानी वाले सिंह दा इलाज करवाया, उहदे चूकने विच प्रॉब्लम सी। तुसीं यकीन करोगे, मैं वेदांता दे मालक नूं कहा, वो कहंदा ये इस बीमारी दा इलाज मेरे कोल वधिया डॉक्टर नहीं है, उहदा वधिया डॉक्टर जिहड़ा है वो अस्काट विच है। कहते मैं कहना, मैं उन्होंने 8 लाख रुपया दिता, वह 15 लगा 10 लगा, वो कहते इहदा इलाज मैं करा के देना। मैनू उदों समझ आई कि हड्डियां दा भी एक डॉक्टर नहीं है, हड्डियां दा गोडियां दा डॉक्टर कोई होर है, लत्तां बाहां दा कोई होर है, नक दी हड्डी वधी होवे उहदा डॉक्टर कोई होर है। मेरे इन्नियां बेनतियां नटशल करन दा अर्थ यह है कि असी बच किवें सकते हैं। एडी कीमती जिंदगी असी उन्हां लोकां दे अगे सुट दिंदे आ जिन्हां लोकां नूं नॉलेज ही कोई नहीं। ये तो ही गल होगी भी अनपढ़ बंदे नूं बड़ा ज्ञान हुंदा है, किहदी कुड़ी कित्थे विआही है, किहदी कुड़ी पेके बैठी है, किन्हां दी नूंह चली गई है। अनपढ़ बंदे नूं इन्ना ज्ञान है पुछो ही ना तुसी। कुल दुनिया दियां वो मतलब जानकारियां मेरे ख्याल इन्हां ते गूगल कोल ज्ञान नहीं होना जिन्ना पिंड दे बुढ़े कोल हुंदा है। पर जिवें जिवें पढ़े लिखे हो जाओगे, और मैं आप जी ने भी बेनती करा, जिहड़ा हार्ट दा स्पैशलिस्ट है उन्होंने अखां बारे कुछ नहीं जे पता, पर अनपढ़ बंदे नूं ये भी पता भी अखां च छोटी मक्खी का शहद पा लीदा। जिवें मैं अनपढ़ हाँ, हर बीमारी का इलाज मैं दसदा। कन दुखते ने तो मैं कहांगा लसण की एक तुरी लो तो सरों के तेल च तड़क के वो तेल कन्ना च पा लो, कन ठीक हो जाएंगे। मेरे को हर बीमारी का इलाज है। पर ये टोटके ने, मैनू खिमा कर देना, ये इलाज नहीं है, ये लगी फबी है। लागी ठीक है, फब गई ठीक है, नहीं फबी तो ना सही। लोग साड़ी जिंदगी नाल खेडदे ने, असी अपनी जिंदगी उन्हां दे अगे सुट दिती है। मैं कल परसों भी बेनती की सी, आपां बचन का यतन करिए।
ਅਸੀਂ ਦੋ ਤਰ੍ਹਾਂ ਦੇ ਲੋਕਾਂ ਦੇ ਵਸ ਵਿੱਚ ਪੈ ਚੁੱਕੇ ਹਾਂ। ਇੱਕ ਉਹ ਲੋਕ ਨੇ ਜਿਹੜੇ ਸਾਨੂੰ ਦੁਨਿਆਵੀ ਤੌਰ ਤੇ ਲੁੱਟ ਲੈਂਦੇ ਨੇ, ਇੱਕ ਉਹ ਲੋਕ ਨੇ ਜਿਹੜੇ ਸਾਨੂੰ ਧਾਰਮਿਕ ਤੌਰ ਤੇ ਵੀ ਲੁੱਟ ਲੈਂਦੇ ਨੇ। ਨਹੀਂ ਤਾਂ ਇੰਨਾ ਧਰਮ ਕਰਮ ਔਰ ਆਹ ਹਾਲਤ ਤੁਸੀਂ ਅੱਜ ਵੇਖੋ ਨਾ ਕਿ ਕਿੰਨੇ ਧਰਮ ਗੁਰੂ ਜੇਲ੍ਹ 'ਚ ਬੈਠੇ ਨੇ। ਮੈਨੂੰ ਤਾਂ ਲੱਗਦਾ ਵੀ ਹਿੰਦੁਸਤਾਨ ਦੀਆਂ ਜੇਲ੍ਹਾਂ ਵੀ ਧਨ ਨੇ ਜਿਹੜੇ ਧਰਮ ਗੁਰੂਆਂ ਨੂੰ ਵੀ ਰੱਖ ਕੇ ਬੈਠੀਆਂ ਨੇ। ਇੱਕ ਨੇ ਤੇ ਕਹਿ ਹੀ ਦਿੱਤਾ ਸੀ, ਕਹਿੰਦਾ ਇਧਰ ਸੇ ਘੁਮਾਓ ਹੈਲੀਕਾਪਟਰ, ਕਹਿੰਦਾ ਕਿਆ ਪਤਾ ਇਧਰ ਵੀ ਆਣਾ ਪੜ ਜਾਏ। ਰੱਬ ਨੇ ਕਿਹਾ ਨਹੀਂ ਤੂੰ ਹੁਣ ਇੱਥੇ ਹੀ ਰਹਿ, ਲੱਗ ਜਾਏਗਾ ਪਤਾ ਵੀ ਕਿੰਨਿਆਂ ਕੁ ਦਾ ਤੂੰ ਉਧਾਰ ਕਰਦਾ। ਵੇਖੋ ਛੋਟੀ ਜੀ ਜ਼ਿੰਦਗੀ ਹੈ, ਇਹਨੂੰ ਬਰਬਾਦ ਨਾ ਕਰੀਏ। ਏਡਾ ਵੱਡਾ ਖਜ਼ਾਨਾ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਪਾਇਆ। ਅੱਜ ਦਾ ਸ਼ਬਦ ਉਹਦੇ 4 ਬੰਦ ਨੇ। ਗੁਰੂ ਅਮਰਦਾਸ ਜੀ ਦੀ ਬਾਣੀ ਹੈ ਔਰ 4 ਬੰਦਾਂ ਦਾ ਤਾਤਪਰਜ ਹੈ, ਸੁਣ ਮਨ ਮੇਰੇ, ਐ ਮੇਰੇ ਮਨਾ ਸੁਣ, ਭਜ ਸਤਿਗੁਰ ਸ਼ਰਨਾ। ਭੱਜ ਦਾ ਅਰਥ ਹੁੰਦਾ ਦੌੜ। ਦੌੜਨ ਲਈ ਕਦੋਂ ਕਹੀਦਾ? ਜਦ ਤੇ ਅੱਗੋਂ ਕੋਈ ਚੀਜ਼ ਲੰਘ ਰਹੀ ਹੋਵੇ ਜਾਂ ਮਗਰ ਕਿਸੇ ਚੀਜ਼ ਨੇ ਤੁਹਾਡੀ ਪੈੜ ਨੱਪੀ ਹੋਵੇ। ਭੱਜ ਦਾ ਅਰਥ ਹੁੰਦਾ ਵੀ ਭੱਜ ਲੈ, ਕੋਈ ਮਗਰੋਂ ਆਏਗਾ ਤੇ ਫੜ ਲਏਗਾ, ਜਾਂ ਭੱਜ ਲੈ ਅਗਲੀ ਚੀਜ਼ ਅੱਗੇ ਚਲੀ ਜਾਏਗੀ, ਤੂੰ ਰਹਿ ਜਾਏਗਾ। ਸਤਿਗੁਰੂ ਨੇ ਨਹੀਂ ਕਿਹਾ ਤੁਰ ਕੇ ਜਾ, ਆਖਿਆ ਦੌੜ ਕੇ ਜਾ। ਦੌੜ ਕੇ ਜਾ, ਭੱਜ ਕੇ ਜਾ। ਕਿੱਥੇ? ਗੁਰੂ ਦੀ ਸ਼ਰਨ ਵਿੱਚ। ਹੁਣ ਅਸੀਂ ਗੁਰੂ ਦੀ ਸ਼ਰਨ ਦਾ ਅਰਥ ਕੀ ਕੀਤਾ? ਗੁਰਦੁਆਰਾ। ਵੇਖੋ ਗੁਰਦੁਆਰਾ ਜਿਹੜਾ ਹੈ ਇਹ ਸਕੂਲ ਹੈ, ਸਿੱਖੀ ਦਾ ਸਕੂਲ ਹੈ। ਇੱਥੇ ਪੜ੍ਹਾਇਆ ਜਾਂਦਾ ਹੈ, ਇੱਥੇ ਸਮਝਾਇਆ ਜਾਂਦਾ ਹੈ ਔਰ ਇੱਥੇ ਵਰਕਸ਼ਾਪ ਵੀ ਹੈ। ਮੈਂ ਤਾਂ ਹਮੇਸ਼ਾ ਕਹਿਣਾ ਵੀ ਜਿਹੜੀ ਗੱਲ ਸਕੂਲਾਂ ਦੇ ਬਾਹਰ ਲਿਖੀ ਹੋਈ ਹੈ ਕਿ ਸਿੱਖਣ ਲਈ ਆਓ, ਸੇਵਾ ਲਈ ਜਾਓ, ਇਹ ਗੁਰਦੁਆਰੇ ਦੇ ਬਾਹਰ ਵੀ ਲਿਖ ਦੇਣਾ ਚਾਹੀਦਾ। ਪਰ ਦੁੱਖ ਦੀ ਗੱਲ ਕੀ ਹੈ ਕਿ ਘਰੋਂ 10 ਕਿਲੋ ਚੌਲ ਅਸੀਂ ਰਿੰਨਦੇ ਹਾਂ ਤੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਤੁਰ ਪੈਂਦੇ ਹਾਂ। ਇਹ ਕੀ ਹੈ ਜੀ? ਕਹਿੰਦੇ ਜੀ ਬੰਗਲਾ ਸਾਹਿਬ ਚੌਲ ਵੰਡਣ ਚੱਲੇ ਆ। ਪੁੱਛੋ ਵੀ ਬੰਗਲਾ ਸਾਹਿਬ ਵਾਲੇ ਬਾਬੇ ਦੇ ਭਾਂਡੇ ਮੂਧੇ ਵੱਜ ਗਏ ਨੇ ਕਿ ਇੱਥੇ ਰਾਤੀ ਦਾਲ ਨਹੀਂ ਬਣੀ, ਇੱਥੇ ਰਾਤੀ ਪ੍ਰਸ਼ਾਦਾ ਨਹੀਂ ਪੱਕਿਆ, ਕਿ ਬੰਗਲਾ ਸਾਹਿਬ 'ਚ ਰਾਤ ਦੀ ਦੁਨੀਆ ਭੁੱਖੀ ਬੈਠੀ ਹੈ? ਨਹੀਂ ਜੀ। ਫਿਰ ਭਾਈ ਤੂੰ ਕੀ ਕਰਨ ਲੱਗਾ? ਨਹੀਂ ਜੀ ਸੇਵਾ ਹੈ। ਸੇਵਾ ਗੁਰਦੁਆਰੇ ਸਿੱਖਣ ਆਉਣਾ ਹੈ, ਕਰਨ ਨਹੀਂ ਆਉਣਾ। ਵਿੱਚ ਦੁਨੀਆ ਸੇਵ ਕਮਾਈ ਹੈ ਔਰ ਤੁਹਾਡੇ 10 ਕਿਲੋ ਚੌਲਾਂ ਦੇ ਕਰਕੇ ਬੰਗਲਾ ਸਾਹਿਬ ਦੇ ਆਲੇ ਦੁਆਲੇ ਮੰਗਤੇ ਭਰੇ ਪਏ ਨੇ। ਇਹੀ ਮੰਗਤੇ ਤੁਹਾਡੇ ਕਾਰਾਂ ਦੇ ਸ਼ੀਸ਼ੇ ਤੋੜਦੇ ਨੇ, ਇਹੀ ਮੰਗਤੇ ਤੁਹਾਡੀਆਂ ਚੋਰੀਆਂ ਕਰਦੇ ਨੇ, ਇਹੀ ਮੰਗਤੇ ਗੁਰਦੁਆਰੇ ਦੇ ਸੇਵਾਦਾਰਾਂ ਨੂੰ ਛੁਰਾ ਮਾਰਦੇ ਨੇ, ਇਹੀ ਮੰਗਤੇ ਠੇਕੇ ਤੋਂ ਸ਼ਰਾਬ ਪੀਂਦੇ ਨੇ ਤੇ ਬਾਹਰ ਪਕੌੜਿਆਂ ਨਾਲ ਆਰਾਮ ਨਾਲ ਬੈਠ ਕੇ ਖਾਂਦੇ ਨੇ। ਮੈਂ ਦੱਸਿਆ ਸੀ ਨਾ ਆਪ ਜੀ ਨੂੰ ਕਿ ਬੰਗਲਾ ਸਾਹਿਬ ਦੇ ਮਗਰ ਰਹਿਣ ਬਸੇਰਾ ਹੈ। ਮੈਂ ਕਮੇਟੀ ਨੂੰ ਬੇਨਤੀ ਕੀਤੀ ਵੀ ਇਹ ਤਾਂ ਇਵੇਂ ਹੈ ਕਿ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਬਾਹਰ ਗਰੀਬ ਲੋਕ ਬੈਠੇ ਹੋਣ। ਉਹ ਮੈਨੂੰ ਕਹਿੰਦੇ ਵੀ ਤੁਸੀਂ ਕੀ ਕਰਨਾ, ਕਹਿਣਾ ਕੀ ਚਾਹੁੰਦੇ ਹੋ? ਮੈਂ ਕਿਹਾ ਜੀ ਆਪਾਂ ਇਹਨਾਂ ਨੂੰ ਅਡਾਪਟ ਕਰ ਲਈਏ, ਲੰਗਰ ਪ੍ਰਸ਼ਾਦਾ ਦਈਏ। ਕਹਿੰਦੇ ਜੀ ਦਿਓ। ਅਸੀਂ ਪ੍ਰਬੰਧ ਕਰ ਲਿਆ ਕਿ ਲੰਗਰ ਉੱਥੇ ਜਾ ਕੇ ਦੇਣਾ ਹੈ, ਬਕਾਇਦਾ ਪੰਗਤ ਵਿੱਚ ਬਿਠਾ ਕੇ ਦੇਣਾ ਹੈ ਔਰ ਇੱਕ ਸ਼ਰਤ, ਜੋ ਬੰਗਲਾ ਸਾਹਿਬ 'ਚ ਬਣੇਗਾ ਉਹੀ ਉੱਥੇ ਵਰਤੇਗਾ। ਮਹੀਨਾ 2 ਮਹੀਨੇ ਚੱਲੇ। ਮੈਂ ਜੋੜਾ ਘਰ ਵਾਲੇ ਪ੍ਰੇਮੀਆਂ ਨੂੰ ਵੀ ਕਿਹਾ ਵੀ ਭਾਈ ਇੱਥੇ ਹੀ ਇੱਕ ਜੋੜੇ ਨੂੰ 3 ਵਾਰੀ ਪਾਲਿਸ਼ ਕਰਦੇ ਹੋ, ਇੱਕ ਹਟਦਾ ਦੂਜਾ ਫੜ ਲੈਂਦਾ, ਦੂਜਾ ਹਟਦਾ ਤੀਜਾ ਫੜ ਲੈਂਦਾ, ਤੇ ਤੁਸੀਂ ਇੱਦਾਂ ਕਰੋ ਆ ਸਾਡੇ ਨਾਲ ਸੇਵਾ ਕਰੋ। ਉਹ ਵੀ ਲੱਗ ਪਏ। ਪਰ ਦੁੱਖ ਉਦੋਂ ਹੋਇਆ
जिदन मैनू ये पता लगा भी वो कहते वेखो भाई साहब आ साडे कौले विच दाल पा दिओ, सब्जी पा दिओ, खीर पा दिओ, प्रशादे दे दिओ, खावांगे तो मूड बना के, खावांगे मूड बना के भी पहला पौआ पीवांगे तो मगरों रोटी खावांगे। फिर बड़ा दुख होया भी ये तो गलत हो गया कि ये शराब पीण और असीं इन्हां नूं मुड़ के लंगर सर्व करिए। फिर बंद करना पिया, फिर उन्होंने बंद करना पिया। सच्चे पातशाह ने सानू समझाया है सेवा किवें करनी है, सेवा किहदी करनी है, सेवा कित्थे करनी है। तो मैं हमेशा बेनती करदा कि जदों 10 किलो चौल बना लो उहदे नाल थोड़े जिहे राजमा भी बना लो, फिर अपनी गड्डी दे एक बैनर भी अगे ला लो, उहदे ते लिखो लंगर सेवा गुरुद्वारा बंगला साहब। फिर जाओ किसी सरकारी हॉस्पिटल के बाहर जिथे पेशेंट अंदर तड़फ रहा है तो वह परिवार रात का घाह ते बैठा मच्छर नाल तड़फ रहा है, तो उन्होंने दसो भी सानू गुरु बंगला साहब वाले ने भेजा है तुहाडे लई चौल ते राजमा दे के। वेखो सिक्खी कितनी प्रफुल्लित होंदी है, सिक्खी का कितना मान वधदा है। और मैं विश्वास नाल कहना कि जिदन उन्हों का पेशेंट ठीक होएगा वो सारा टब्बर गुरुद्वारे मत्था टेकन आएगा। तुसी दान कर करके मंगते इकट्ठे कर दिते गुरुद्वारियां दे बाहर, और लड़ते हैं असी, फिर असी लड़ते हैं कि सानू तुसी क्यों रोकते हो। रोकदा कोई नहीं है, तुहानू बेनती की जा रही है कि सेवा ठीक है थोड़ी, पर सेवा का थां ठीक नहीं है, सेवा का तरीका ठीक नहीं है। आप जी दे घर गड्डी है ना, गड्डी दे विच एक शब्द आउंदा उहनूं कहंदे ने ट्यूनिंग। अगर ट्यूनिंग अगे पिछे हो जाए तो भावें किन्ने करोड़ दी होवे स्टार्ट नहीं जे हुंदी। सेवा स्टार्ट ही नहीं हो रही साडी क्योंकि साडी ट्यूनिंग ठीक नहीं है। खर्च हो रहा है, राम रौला बहुत है, खर्च हो रहा है, दुनिया भज्जी फिरदी है गड्डियां लैके सेवा के नां ते। पहला गुरु कोल दौड़ के आओ, गुरु की शरण विच आओ। गुरु की शरण केवल गुरुद्वारा नहीं है, गुरु की शरण तुहाडे घर विच भी है, गुरु की शरण तुहाडी गड्डी विच भी है। जदों अपने घर बैठ के तुसी ये कहोगे कि तो प्रसाद सुखी सद ही, ते समझ लेना मेरे घर ते गुरु की कृपा है। मैं गुरु, मेरा घर गुरु की शरण विच है। और कित्थों तक सच्चे पातशाह ने समझाया है। सच्चे पातशाह कहते ने सिंह शरण कत जाइए जो जुंबक ग्रस है। शेर की शरण विच जाण दा की फायदा है जे तुहानू गिदड़ा ने डराउणा है। मेरे जी काके नू नज़र लग गई है जी, साडे ते घर नू किसी ने नज़र लाती है जी, पता नहीं जी साडे घर नू किसी ने की कर दिता है जी। तो फिर भाई तुहानू गुरुद्वारे आउण दी की लोड़ है, फिर तुहानू गुरु धारण करन दी की लोड़ है, फिर गुरु वाला बनन दी भी की लोड़ है, फिर इस मर्यादा दे विच आउण दी भी की लोड़ है। पर याद रखना जदों तुसी मर्यादा विच आ गए, शरण विच आ गए, तुहाडे घर नू कुछ नहीं हो सकता। तंत मंत ना जोही तित चाख ना लागे। कोई तंत्र कोई मंत्र तुहाडे ते असर नहीं करेगा, कोई नज़र तुहानू किसी दी भैड़ी नहीं लगेगी। पर एक कदों होएगा, राम नाम जो जन जपै अन दिन सद जागै। मैं आप जी नू निजी अपनी गल सुनावा। मेरे मासी जी ने मैनू पालिया, उन्हों का एक्सीडेंट होया तो मैं उन्हों कोल अबोर रहन वास्ते गया। अबोर दे लागे मेरा पिंड है, अबोर मेरा शहर है। उत्थे इतिहासक गुरुद्वारा है नानकसर साहब। हुण मैं सवेरे उत्थे जाना, मैं प्रचारक सी,
ਨਵਾਂ ਨਵਾਂ ਹੀ ਪ੍ਰਚਾਰਕ ਬਣਿਆ ਸੀ, ਤੇ ਉੱਥੇ ਇੱਕ ਬੇਰੀ ਹੈ, ਮੌਲੀਆਂ ਹੀ ਮੌਲੀਆਂ, ਮੌਲੀਆਂ ਹੀ ਮੌਲੀਆਂ ਬੱਧੀਆਂ ਹੋਈਆਂ। ਤੇ ਮੈਂ ਉੱਥੇ ਜਾ ਕੇ ਸਵੇਰੇ ਝਾੜੂ ਮਾਰਨਾ, ਵਿਹਲਾ ਹੀ ਸੀਗਾ, ਪਰਿਵਾਰ 'ਚ ਰਹਿਣਾ, ਕੋਈ ਕਥਾ ਕੀਰਤਨ ਤਾਂ ਹੈ ਨਹੀਂ ਸੀ ਕੁਛ। ਮੈਂ ਇੱਕ ਦਿਨ ਪੁੱਛਿਆ, ਭਾਈ ਸਾਹਿਬ ਇਹ ਮੌਲੀਆਂ ਕਾਹਦੀਆਂ ਨੇ? ਉਹ ਕਹਿੰਦੇ ਜੀ ਇੱਥੇ ਉਹ ਲੋਕ ਬੰਨ੍ਹ ਕੇ ਜਾਂਦੇ ਨੇ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੁੰਦੇ। ਤੇ ਮੈਂ ਕਿਹਾ ਫਿਰ ਹੁੰਦੇ ਕਿਵੇਂ ਨੇ? ਕਹਿੰਦੇ ਪਹਿਲਾਂ ਲੋਕ ਮੌਲੀ ਬੰਨ੍ਹ ਕੇ ਜਾਂਦੇ ਨੇ, ਫਿਰ ਰੋਜ਼ ਵੇਖਣ ਆਉਂਦੇ ਨੇ, ਤੇ ਜਿਹਦੀ ਮੌਲੀ ਗਾਇਬ ਹੋ ਜਾਏ ਉਹਦਾ ਰਿਸ਼ਤਾ ਹੋ ਜਾਂਦਾ ਹੈ। ਮੈਂ ਇੱਕ ਦਿਨ ਕੀ ਕੀਤਾ, ਸਾਰੀਆਂ ਮੌਲੀਆਂ ਖੋਲ੍ਹ ਲਈਆਂ, ਖੋਲ੍ਹ ਕੇ ਮੈਂ ਘਰ ਲੈ ਆਇਆ। ਤੇ ਮੇਰੇ ਮਾਸੀ ਜੀ ਅੱਗੋਂ ਮੈਨੂੰ ਕਹਿੰਦੇ ਹਟਿਆ ਨਹੀਂ ਨਾ ਤੂੰ? ਮੈਨੂੰ ਪਤਾ ਸੀ ਇਹ ਜਾਂਦਾ ਨਾਨਕ ਸਾਰੇ ਕੁਝ ਨਾ ਕੁਝ ਕਰੂਗਾ। ਮੈਂ ਕੀ ਕੀਤਾ, ਚੁੱਲ੍ਹੇ 'ਚ ਅੱਗ ਬਾਲੀ, ਸਾਰੀਆਂ ਹੀ ਮੌਲੀਆਂ ਸਾੜਤੀਆਂ। ਉਸੇ ਹਫ਼ਤੇ ਮੇਰੀ ਮੰਗਣੀ ਹੋ ਗਈ। ਮੈਨੂੰ ਉਹਨਾਂ ਦਾ ਤਾਂ ਪਤਾ ਨਹੀਂ ਕੀ ਬਣਿਆ ਜਿਹੜੇ ਬੰਨ੍ਹ ਕੇ ਆਏ ਸੀ, ਪਰ ਮੇਰੀ ਖੋਲ੍ਹਣ ਵਾਲੇ ਦਾ ਰਿਸ਼ਤਾ ਹੋ ਗਿਆ ਬੜਾ ਵਧੀਆ। ਇਹਨਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੈ। ਜਿਨ੍ਹਾਂ ਅੰਧ ਵਿਸ਼ਵਾਸਾਂ ਵਿੱਚ ਆਪਾਂ ਤੁਰੇ ਫਿਰਦੇ ਹਾਂ, ਇਹ ਕੁਝ ਵੀ ਨਹੀਂ। ਇਹ ਤੇ ਐਵੇਂ ਲੋਕਾਂ ਨੇ ਗੱਲਾਂ ਬਣਾਤੀਆਂ ਤੇ ਆਪਾਂ ਉਹਦਾ ਹਿੱਸਾ ਬਣ ਗਏ। ਨਹੀਂ, ਗੁਰੂ ਦੀ ਸ਼ਰਨ ਵਿੱਚ ਆਓ। ਗੁਰੂ ਦੀ ਸ਼ਰਨ ਵਿੱਚ ਆਉਣ ਦਾ ਅਰਥ ਕੇਵਲ ਗੁਰਦੁਆਰੇ ਆਉਣਾ ਨਹੀਂ, ਪਰ ਇਹ ਗੱਲ ਤੁਹਾਨੂੰ ਗੁਰਦੁਆਰੇ ਤੋਂ ਸਮਝ ਆਏਗੀ ਕਿ ਗੁਰੂ ਦੀ ਸ਼ਰਨ ਕਿੰਨੀ ਕੁ ਹੈ। ਕਿ ਗੁਰੂ ਦੀ ਸ਼ਰਨ 400 ਮੀਟਰ ਹੈ, 500 ਮੀਟਰ ਹੈ? ਨਹੀਂ ਭਾਈ, ਮੇਰਾ ਤੇ ਜਗਤ ਗੁਰੂ ਹੈ। ਮੇਰਾ ਗੁਰੂ ਤੇ ਸਾਰੇ ਸੰਸਾਰ ਦਾ ਗੁਰੂ ਹੈ। ਸਾਰਾ ਸੰਸਾਰ ਹੀ ਮੇਰੇ ਗੁਰੂ ਦੀ ਸ਼ਰਨ ਹੈ। ਇਹਦਾ ਅਰਥ ਇਹ ਹੁੰਦਾ ਹੈ ਗੁਰੂ ਦੇ ਵਿਸ਼ਵਾਸ ਵਿੱਚ ਰਹਿਣਾ, ਗੁਰੂ ਦੇ ਭਰੋਸੇ ਵਿੱਚ ਰਹਿਣਾ, ਗੁਰੂ ਦੇ ਸਿਦਕ ਵਿੱਚ ਰਹਿਣਾ, ਗੁਰੂ ਦੀ ਭਾਓ ਭਾਵਨੀ ਵਿੱਚ ਰਹਿਣਾ, ਗੁਰੂ ਦੀ ਮਰਿਆਦਾ ਵਿੱਚ ਰਹਿਣਾ। ਹਮੇਸ਼ਾ ਇਹ ਮੰਨਣਾ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੂੰ ਉਹਨੂੰ ਸਿਮਰੀ ਜਾ, ਉਹ ਤੈਨੂੰ ਸੰਭਾਲੀ ਜਾਏਗਾ। ਔਰ ਇਹ ਗੱਲ ਤੁਹਾਡੇ ਘਰ ਵਿੱਚ ਤੁਹਾਡੇ ਨਾਲ ਵੀ ਵਾਪਰ ਚੁੱਕੀ ਹੈ। ਜਿੰਨਾ ਚਿਰ ਤੁਸੀਂ ਮਾਂ ਮਾਂ ਕਹਿੰਦੇ ਸੀ, ਕਦੇ ਤੁਹਾਡੀ ਮਾਂ ਨੇ ਨਹੀਂ ਸੀ ਕਿਹਾ ਕਿ ਜਾ ਕਾਕਾ ਨਹਾ ਕੇ ਆ। ਮਾਂ ਨੇ ਕਹਿਣਾ ਖਲੋ ਜਾ, ਤੈਨੂੰ ਭੁੱਖ ਲੱਗੀ ਹੈ, ਮੈਨੂੰ ਪਹਿਲਾਂ ਨਵਾ ਲੈਣ ਦੇ। ਪਹਿਲਾਂ ਨਵਾਉਂਦੀ ਸੀ, ਸੋਹਣੇ ਕੱਪੜੇ ਪਾਉਂਦੀ ਸੀ, ਫਿਰ ਰੋਟੀ ਖਵਾਉਂਦੀ ਸੀ, ਦੁੱਧ ਪਿਆਉਂਦੀ ਸੀ, ਫਿਰ ਸਵਾਉਂਦੀ ਸੀ, ਤੇ ਫਿਰ ਤੁਹਾਡੀ ਨਿਗਰਾਨੀ ਵੀ ਕਰਦੀ ਸੀ ਵੀ ਮੰਜੀ ਤੋਂ ਹੀ ਨਾ ਡਿੱਗ ਪਵੇ ਕਿਤੇ। ਪਰ ਇਹ ਉਦੋਂ ਜਦੋਂ ਤੁਸੀਂ ਮਾਂ ਮਾਂ ਕਰਦੇ ਸੀ। ਜਦੋਂ ਤੁਸੀਂ ਮਾਂ ਮਾਂ ਕਰਨਾ ਛੱਡ ਦਿੱਤਾ, ਉਹਨੂੰ ਹੀ ਆਵਾਜ਼ ਮਾਰਨੀ ਪਈ, ਵੇ ਕਾਕਾ ਕਿੱਥੇ ਹੈ? ਤੇ ਮਾਂ ਨੇ ਵੀ ਪਰਵਾਹ ਛੱਡ ਦਿੱਤੀ। ਉਹਨੇ ਕਿਹਾ ਠੀਕ ਹੈ। ਹੁਣ ਤੁਸੀਂ ਕਿਹਾ ਮਾਂ ਰੋਟੀ, ਉਹ ਕਹਿੰਦੀ ਜਾ ਕੇ ਪਹਿਲਾਂ ਨਹਾ ਤੇ ਲੈ, ਪਹਿਲਾਂ ਕੱਪੜੇ ਤਾਂ ਚੇਂਜ ਕਰ ਲੈ, ਰੋਟੀ ਰੋਟੀ ਕਰੀ ਜਾਣਾ ਹੈ, ਪਹਿਲਾਂ ਹੱਥ ਮੂੰਹ ਤੇ ਧੋ ਲੈ। ਪਰ ਜਦੋਂ ਤੁਸੀਂ ਮਾਂ ਮਾਂ ਕਹਿੰਦੇ ਸੀ, ਉਹਨੇ ਕਦੇ ਨਹੀਂ ਸੀ ਕਿਹਾ ਕਿ ਪਹਿਲਾਂ ਹੱਥ ਮੂੰਹ ਧੋ। ਉਹਨੂੰ ਫਿਕਰ ਹੁੰਦਾ ਸੀ ਕਿ ਇਹਦਾ ਹੱਥ ਮੂੰਹ ਵੀ ਮੈਂ ਧੋਣਾ ਹੈ, ਇਹਦੇ ਕੱਪੜੇ ਵੀ ਮੈਂ ਬਦਲਨੇ ਨੇ। ਸਾਡੀ ਕਿਸਮਤ ਉਦੋਂ ਸੜੀ ਹੈ ਜਦੋਂ ਅਸੀਂ ਗੁਰੂ ਗੁਰੂ ਕਰਨਾ ਛੱਡ ਦਿੱਤਾ। ਹੁਣ ਤੇ ਗੁਰੂ ਹੀ ਕਹਿੰਦਾ ਮੇਰੇ ਸਿੱਖ ਨੇ। ਸਿੱਖ ਕਹਿੰਦੇ ਨੇ ਤੂੰ ਕਿਹੜਾ ਗੁਰੂ ਹੈ? ਵੀ ਕੌਣ ਗੁਰੂ ਹੈ? ਅਸੀਂ ਆਪਣੇ ਭਾਗ ਆਪ ਖਤਮ ਕੀਤੇ ਨੇ। ਅਸੀਂ ਆਪਣੀ ਕਿਸਮਤ ਨੂੰ ਆਪ ਉਜਾੜਿਆ। ਨਹੀਂ ਤੇ ਗੁਰੂ ਦੇ ਸਿੱਖ ਨੂੰ ਤਾਂ ਕੋਈ ਘਾਟਾ ਨਹੀਂ ਹੈ, ਗੁਰੂ ਦੇ ਸਿੱਖ ਨੂੰ ਤਾਂ ਕੋਈ ਕਮੀ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭੱਜ ਕੇ ਗੁਰੂ ਦੀ ਸ਼ਰਨ ਆ ਜਾ। ਉਹਦਾ ਕਾਰਨ ਹੈ ਇਹ ਜ਼ਮਾਨਾ ਠੀਕ ਨਹੀਂ ਹੈ, ਇਹ ਸੰਸਾਰ ਠੀਕ ਨਹੀਂ ਹੈ। ਤੂੰ ਇੱਥੇ ਸੇਫ ਰਹੇਗਾ, ਇੱਥੇ ਸੁਰੱਖਿਅਤ ਰਹੇਗਾ, ਇੱਥੇ ਤੇਰੀ ਹਜਾਤੀ ਨੂੰ ਕੋਈ ਖਤਰਾ ਨਹੀਂ, ਇੱਥੇ ਤੇਰੇ ਸ਼ੁਭ ਗੁਣਾਂ ਨੂੰ ਕੋਈ ਖਤਰਾ ਨਹੀਂ, ਇੱਥੇ ਤੇਰੇ ਪਰਿਵਾਰ ਨੂੰ ਵੀ ਕੋਈ ਖਤਰਾ ਨਹੀਂ। ਇੱਥੇ ਆ ਕੇ ਜਦੋਂ ਤੂੰ ਕਵੇਂਗਾ ਕਿ ਦਾਤਾ ਮੈਂ ਤੇਰੀ ਸ਼ਰਨ ਵਿੱਚ ਆਇਆ, ਫਿਰ ਕੀ ਹੋਏਗਾ? ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਪੂਰਾ ਗੁਰੂ ਮਿਲ ਗਿਆ
तो गुरु ने रखिया कर दी। गुरु अंग संग हो गया थोड़े, हुण ना किसी की नज़र लग सकती है, ना किसी का जंतर मंतर तुहाडे ते असर कर सकता है। नहीं तो आपां नूं तो यही है ना भी कोई कुछ कर ना दवे, नहीं भाई कोई किसी ने की करना है, वो तो अपने माड़े भागां दे लोग ने, वो तो आप बुरे कर्मा करके भूत प्रेत बने लोग ने। तुसी की सोचते भी भूत प्रेत कोई चंगे बंदे हुंदे ने, कोई चंगियां आत्मावां हुंदियां ने? नहीं, पहले ही उन्हां दे बुरे कर्म ने जिहड़ी उन्हां नूं ये जूनी प्राप्त हुई है। जिहड़ा इदां दा जीवन मिलिया है, इहदा अर्थ यह है कि वो पहला ही भाग धुर मंदे, वो धुर दरगाह तो पहले ही माड़े भाग लिखा के आए ने। सच्चे पातशाह महाराज समझाउंदे ने, गुर प्रसादी छुट्टी है, गुरु की कृपा होएगी छुट जाओगे, कोई बंधन तुहाडे जीवन विच नहीं होएगा, कोई बाड़ा तुहाडे जीवन विच नहीं आएगी, कोई रुकावट तुहाडे जीवन विच हो ही नहीं सकती। शब्द ही ये है, परमेश्वर दिता बन्ना दुख रोग का डेरा भन्ना। डेरा शायद आपां शहरी लोग नहीं समझते, पर मैं आप जी नूं दसदा, पिंडां दे विच जे तां जाओ इधर हुशियारपुर वाले पासे, ते जिहड़े लोग खेतां विच रहिंदे ने वो कहंदे जी असीं मरब्बे ते रहने आ। अमृतसर वाले पासे जाओगे तो उत्थे लोग कहणगे भी असीं खूह ते रहने आ। फिर इधर फिरोजपुर वाले पासे जाओगे, लोग कहणगे जी असीं ढाणियां ते रहने आ। इधर मोगे दे आले दुआले लोग कहंदे असीं डेरे ते रहने आ। गल इक्को ही है, खेतां 'च घर बना के रहना उहनूं डेरा कहंदे ने। जां आपां एक दूजे नूं भी कहने आ, कोई बंदा बैठा होवे आपां कहने भाजी इत्थे ही डेरा ला लिया तुसीं। डेरे का अर्थ है जिहड़ा तुसीं घर बना के बैठे हो। जदों परमेश्वर बन्ना दवेगा, रुकावट दवेगा, दुखां नूं, झगड़ियां नूं, कलेशां नूं, विघनां नूं, फिर की होएगा? दुख रोग का डेरा भन्ना। दुखां ते रोगां दा डेरा टुट जाएगा। भन्नण दा अर्थ की हुंदा है? भन्नण दा अर्थ चुकना नहीं हुंदा। चुकी चीज़ दोबारा रखी जा सकती है। परमेश्वर चुकदा नहीं, भन्न दिंदा है, तोड़ दिंदा है, वो दोबारा इकट्ठा हो ही नहीं सकता। इहो जिहा दाता कित्थे मिलेगा? इसे करके गुरु अमरदास कहते ने भज, क्योंकि उन्होंने 60 साल की उम्र तक 19 यात्रा कीतियां हरिद्वार साहब, हरिद्वार दियां, गंगा जी दे इशनान दियां 19 यात्रा कीतियां, ते 20वीं वारी एक वैष्णव साधु मिलिया, ते उन्हें बड़ी पते की गल पूछी। आख्या भाई तुहाडा गुरु कौन है? ये 20वीं वारी सी। फिर गुरु मिलिया, फिर 12 साल सेवा की, ते कदे मुड़ के ना हरिद्वार गए, ना गंगा जी दे इशनान नूं गए। फिर गुरु बने, फिर सानू उपदेश दिता। इहदा अर्थ की है? ये 32 सालों का वक्त है। 20 साल सनातन मत दियां मर्यादा विच रहे, 12 साल सिख मत दियां मर्यादा विच रहे। उस तो बाद उपदेश दिता, भाई गुरु की शरण आ, ते ये डेरे तेरे टुट जाणगे। गुरु की शरण आवेगा, छुट जावेगा। बिख भवजल शब्द गुर तरना। ये संसार की है? ये संसार इन्ना मिठा नहीं है जिन्ना थानू लगदा है। ये इन्ना चमकीला नहीं है जिन्ना तुसी वेखदे हो। ये तो सिर्फ इहो गल है कि दूर हर चमकदी चीज़ सोना नहीं हो सकती, पानी नहीं हो सकती। ये संसार जिहड़ा है ये बड़ा औखा संसार है, बिखम है, बिखड़ा है। इहदे ते तुरना कोई सौखा है?
मैं सवेरे अपने बच्चों नाल गल कर रहा सी ते मैं वड्डे बेटे नूं पुछया, मैं कहा छोटा कित्थे है? उन्हें कोई गल कही तो मैं छोटे नूं कहा, मैं क्या बई काका निंदिया हो रही है? कहता पापा मैं समझिया नहीं। तो मैं उन्होंने एक कथा सुनाई। मैं क्या एक कथा ये आउंदी है इतिहास विच कि शिव जी ते पार्वती दोनों जा रहे ने ते उन्हां दे कोल नंदी बलद भी है। अगों एक मेरे वर्गा बंदा टकर गया, कहंदा भी आ ते पहली बारी वेख्या भी चंगी भली सवारी कोल है। शिव जी नंदी बलद दे उत्ते सवारी करते सी। अज भी तुसी मंदिरां दे विच जदों किते जाओगे तो वेखोगे उहदे बाहर एक बलद दी मूर्ति बनी हुंदी है। हुण मेरे वर्गे ने कहा भी चंगी भली जदों सवारी कोल है तो ये बंदे तुर के क्यों जा रहे ने बई? शिव जी कहंदे पार्वती निंदिया हो रही है तो क्यों ना होवे आपां बलद ते बह जाइए। हुण दोवें जने बलद ते बह गए। अगों फिर मेरे वर्गा टक्कर गया, कहंदा भी आ ते पहली बारी वेख्या। हटे कटे बेजबाने बल ते दोवें चढ़े फिरदे ने भी यही है ना भी उन्हें किहड़ा बोलना है। शिव जी कहंदे पार्वती निंदिया हो रही है। तो पार्वती कहंदी भगवान मैं तुर पैनी है, तुसी बैठे रहो। अगों फिर मेरे वर्गा टक्कर गया, कहंदा ते जोरू दा गुलाम है ना। अगों फिर मेरे वर्गा मिल गया, कहंदा यार इनू बंदे नू समझ नहीं हैगी भी इस्त्री नू तोड़ के लैके जा रहे हैं तो आप बल ते बैठा है। तो शिव जी कहंदे भी पार्वती निंदिया हो रही है। कहंदी भगवान तुसी थल्ले आ जाओ, मैं बह जानी है। हुण शिव जी तुर पे, पार्वती जी उत्ते बह गए बल दे। अगों फिर मेरे वर्गा मिल गया, कहंदा आ ते जोरू दा गुलाम है बई, जनानी नूं उपर बिठाया है, आप तुर के जा रहे हैं। शिव जी कहंदे पार्वती निंदिया हो रही है। तो कहंदे फिर उस कथा च लिखिया है, मैं कुछ जोक नहीं सुना रहा, ये निंदिया दे प्रथाए एक साखी है, सनातन मत दी कथा है कि फिर बलद बोलिया, कहंदा भगवान पहला तुसी दोवें तुरे तां भी निंदिया, फिर तुसी दोवें मेरे ते बैठे तां भी निंदिया, फिर मैं तुहानूं वारी वारी चुकिया तां भी निंदिया। कहंदा हुण फिर मैं ही रह गया, मैनू चुक वेखो जे लोग तुहाडी उस्तत कर देण तां, भी बाकी तो बचिया कुछ नहीं, मैनू चुक वेखो तुसी, शायद तुहानूं लोग चंगा कह देण। जिस काम दे लई असीं तुरे होए आ मैनू लोग अच्छा कहणगे। सतगुरु कहते लोगों ने कोई नहीं जे कहना, दुनिया ना सलाहे जो मर वंड सी, लोका ना सलाहे जो रल खाक थी। कहते ये जग कौआ मुख चुंच गया। संसार बहुत बेखम है, बहुत औखा है, सिर्फ गुरु की कृपा नाल इसनूं तरिया जा सकता है। तो गुरु कृपा किवें करदा है? गुरु अपना शब्द दिंदा है, कहता बाणी पढ़ो भाई। हुण बाणी की है? बाणी असी पढ़ी है पर असी एक मंत्र बना के पढ़ते हैं। 5 वारी पढ़ लई, 6 वारी पढ़ लई, 1 वारी पढ़ लई, 11 वारी पढ़ लई, 21 वारी पढ़ लई, 101 वारी पढ़ लई। बाणी पढ़न का पुण्य फल वखरा है। हुण तुसीं किताबां दा ज्ञान हासिल करोगे, तुहानूं अखर बोध आएगा, उहदी वखरी नॉलेज है। फिर इहदे विच तुसीं कोई अभ्यास करोगे, उहदा वखरा महात्म है, उहदा वखरा पुण्य फल है। हुण उहदी तुसीं कमाई करोगे, उहदा वखरा महात्म है, उहदा वखरा पुण्य फल है। हुण ये तुसीं वेखना है भी की गुरबाणी नूं सिर पढ़ना है। देखो तुसीं कल्ला पढ़दे हो, असीं पढ़न तो अगे विचारदे भी हाँ। विचारन करके लोगों ने मैनू कहता भी ये तो ज्ञानी जी कथा करते हैं। हुण कथा करन दे सिर ते मैं तो दुनिया भी घूम लई, मैं तो संसार भी घूम लिया। पर जे किते इस गुरबाणी नूं
कथन तो अगे तुरदा कि मैं इस बाणी ते आप खुद अमल करदा, इस बाणी की कमाई करदा। जिहड़ियां गल्लां मैं तुहानूं दसदा, जे गल्लां मैं अपने जीवन विच लै आवां ते मैं ते रब बन सकदा। ये गुंजाइश है। धर्म की दुनिया दे विच ये भी एक पद्धति है कि भाई तुसी गुरबाणी पढ़ के, गुरबाणी नूं समझ के, गुरबाणी नूं गा के तुसी गुरु का रूप हो सकते हो। और उसकी पहली उदाहरण भाई लैणा है, दूजी भाई अमरदास है, तीजी भाई जेठ है। आप ही कहने ना भी कोई एक उदाहरण दिओ जी, दूजी दिओ जी, तीजी दिओ जी, तीन ही शामिल प्राप्त ने साडे कोल। पर जिहड़ा इस गुरबाणी नूं कमाएगा, सच्चे पातशाह की बाणी च लिखिया है कि सेवक सिख पूजन सब आवे। पूजा करन आउंदे ने लोग, कोई फुल लैके आउंदा है, कोई रुमाला साहब लैके आउंदा है। पूजन सब आवे सब गावे, हर हर उत्तम बाणी। बाणी भी पढ़ते ने, पर गाविया सुनिया तिनका हर थाए पावै। जिन सतगुर की आज्ञा सत सत कर मानी। जदों गुरु की आज्ञा का असी पालन करांगे। हुण आज्ञा की है? पहली सुनो, काया साध है उर्द तप कर। हुण तुहानूं ते मैनूं समझ आ गई कि मैनूं धर्म की दुनिया दे विच साधना करनी चाहिए है। हुण धर्म की दुनिया की साधना की? बंदा पुट्ठा लट गया, ये अर्थ समझ लेना। काया, काया कहते ने शरीर नूं। साधे का अर्थ की है? सोधना। उर्द तप, उर्द की है? पुट्ठे हो जाना। लत्तां उपर कर लईआं, सिर थले कर लिया, किसी दरख्त नाल लटक गए, किसी पाइप दे नाल लटक गए। सच्चे पातशाह कहते ने विचों हौमे ना जाए। हुण इहनूं तुसीं पीटी कह सकते हो, इहनूं जिमनास्टिक कह सकते हो, इहनूं फिजिकली एक्सरसाइज कह सकते हो। इहदा धर्म नाल की संबंध है? जिहड़े लोग गेमां खेडदे ने, जिहड़े लोग स्पोर्ट्स करदे ने, जिहड़े लोग ग्राउंड विच जांदे ने, वो इहो काम ही करदे ने। लत्तां उपर कर लईआं ते सिर दे भार खड़े हो गए। कई इत्थों तक भी वेखे ने कि सिर भी उपर करके बाहां दे भार उल्टा तुर लैंदे ने। हुण इहदे नाल तुहाडा शरीर ते ठीक हो सकदा है। जिवें मैं हमेशा बेनती करदा जी, योगा जी, योगा जी। योगा एक एक्सरसाइज है, ये ना चंगी है ना माड़ी है। हुण गलती कित्थे है? गलती ये है कि योगा दे नाल भी मंत्र जोड़ दिते गए। मंत्रां दा योगा नाल की संबंध है? वेदां दे विच, सिमरतियां विच, शास्त्रां दे विच जिहड़ा योगा बाबा रामदेव जी कराउंदे उहदा कोई जिक्र है? कोई जिक्र नहीं हैगा। वो साधनावां तप होर तरह दे ने। ये तो पीटी है जिहड़ी स्कूलों च तुसीं भी कीती, मैं भी कीती है। आर्मी वाले, पैरामिलिटरी फोर्सां वाले सारियां नूं सवेरे ग्राउंड च अगले लै जांदे ने। हुण कोई आदमी उल्टा लटक के कहे कि जी मैं अपनी हौमे खत्म करन लग्या, तो सियाणा बंदा कहेगा मूर्ख है आदमी। तू अपनी फिजिकली फिटनेस वास्ते जो मर्जी कर, इहदा हौमे नाल कोई लेना देना नहीं है। गुरु अमरदास महाराज समझाउंदे ने, गुरु की शरण आ जाओ दौड़ के, समा बड़ा थोड़ा है। भज के आने का अर्थ ऐसी भी तेरे को वक्त नहीं है। अगली गड्डी फड़नी है तां भी कोई नहीं है, पिछले तो बचना है तां भी तेरे को वक्त कोई नहीं है। गुरु की शरण आ जा तो पुट्ठे लटकन की लोड़ नहीं। पुट्ठे लटकन नाल तेरा नर्वस सिस्टम ठीक हो सकता है, तेरा ब्लड सर्कुलेशन ठीक हो सकती है। वह हौमे नाल की संबंध है? बंदा पुट्ठा लटकिया है, हुण तुसीं की सोचते हो भी रब नूं तरस आएगा? रब कहूगा मैं तो तेनों सीधा पैदा किया सी है, तेनों किहड़े उल्लू ने पुट्ठा करता बई? जे रब गुस्से जाए दो चपेड़ा भी मारेगा भी तेनों मैं कदों पुट्ठा किया सी बई? तेन तो मैं सीधा करके भेजे, तेरा बैलेंस बना के भेजे।
ਬੰਦਾ ਸਿੱਧਾ ਉਲਟਾ ਫੇਰ ਹੋ ਗਿਆ। ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ। ਹੁਣ ਜਿਹਨੂੰ ਤੁਸੀਂ ਧਾਰਮਿਕ ਕਰਮ ਕਹਿੰਦੇ ਹੋ ਉਹਦਾ ਨਾਮ ਨਾਲ ਕੀ ਸੰਬੰਧ ਹੈ? ਤੁਸੀਂ ਕੋਈ ਦਾਨ ਕਰੋ, ਕੋਈ ਪੁੰਨ ਕਰੋ, ਕੋਈ ਤੀਰਥ ਯਾਤਰਾ ਕਰੋ, ਹੁਣ ਉਹਦਾ ਨਾਮ ਨਾਲ ਕੀ ਸੰਬੰਧ ਹੈ? ਭਗਤੀ ਨਾਲ ਕੀ ਲੈਣਾ ਦੇਣਾ? ਇਹਨਾਂ ਚੀਜ਼ਾਂ ਦਾ, ਧਰਮ ਕਰਮਾਂ ਦਾ ਨਾਮ ਨਾਲ ਕੋਈ ਲੈਣਾ ਦੇਣਾ ਨਹੀਂ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਗੁਰੂ ਦਾ ਸ਼ਬਦ ਆਏਗਾ ਤੇ ਤੁਸੀਂ ਮਰੋਗੇ। ਜਦੋਂ ਮੈਂ ਮਰੇਗੀ ਤੇ ਤੂੰ ਪੈਦਾ ਹੋ ਜਾਏਗਾ। ਰੌਲਾ ਮੈਂ ਦਾ ਹੈ। ਤੇ ਹੋਇਆ ਕਿ ਤੀਰਥ ਜਾਓ ਤੋ ਹੋਂ ਹੋਂ ਕਰਤੇ, ਪੰਡਤ ਪੁੱਛੋ ਤੋ ਮਾਇਆ ਰਾਤੇ। ਅੱਜ ਜਿਹੜੇ ਮਰਜ਼ੀ ਧਾਰਮਿਕ ਬੰਦੇ ਨੂੰ ਪੁੱਛ ਲਓ, ਉਹ ਕਹਿੰਦਾ ਜੀ ਅਸੀਂ ਤੇ ਹਰ ਮਹੀਨੇ ਦਰਬਾਰ ਸਾਹਿਬ ਜਾਈਦਾ, ਹਰ ਮਹੀਨੇ ਪਟਨਾ ਸਾਹਿਬ ਜਾਈਦਾ, ਹਰ ਮਹੀਨੇ ਹਜੂਰ ਸਾਹਿਬ ਜਾਈਦਾ, ਤੇ ਮੈਂ ਤੇ ਆਹ ਕਰਦਾ, ਮੈਂ ਤੇ ਉਹ ਕਰਦਾ, ਮੈਂ ਤੇ ਆਹ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਤੇਰੀ ਤੇ ਮੈਂ ਹੀ ਨਹੀਂ ਖਤਮ ਹੋਈ, ਉਲਟਾ ਵੱਧ ਗਈ। ਜਿਹੜਾ ਨਹੀਂ ਕਰਦਾ ਉਹਦੇ ਕੋਲ ਤਾਂ ਬੋਲਣ ਵਾਸਤੇ ਵੀ ਕੁਝ ਨਹੀਂ, ਜਿਹੜਾ ਕਰਦਾ ਹੈ ਉਹ ਜ਼ਿਆਦਾ ਬੋਲਦਾ ਹੈ। ਹੁਣ ਧਰਮ ਕਰਮਾਂ ਨੇ ਕੀ ਕੀਤਾ? ਤੁਹਾਨੂੰ ਰੱਬ ਰੱਬ ਨਹੀਂ ਕਰਨ ਦਿੱਤਾ। ਰੱਬ ਰੱਬ ਕਰਨੀ ਸੀ ਜੇ ਸ਼ਬਦ ਨਾਲ ਮਰਨਾ ਸੀ। ਸ਼ਬਦ ਗੁਰਬਾਣੀ ਇਹ ਸਮਝਾਉਂਦੀ ਹੈ ਕਿ ਤੂੰ ਆਪੇ ਭਾਵ ਨੂੰ ਖਤਮ ਕਰ। ਜੇ ਕੋਈ ਕਵੇ ਵੀ ਆ ਹੋਇਆ ਤੇ ਉਹਦਾ ਜਵਾਬ ਇਹ ਹੋਣਾ ਚਾਹੀਦਾ ਵੀ ਇਹ ਤਾਂ ਜੀ ਗੁਰੂ ਨੇ ਕਰਵਾ ਲਿਆ, ਤੇ ਜਿਹਦੇ ਤੋਂ ਮਰਜ਼ੀ ਕਰਾ ਲੈਂਦਾ। ਜਦੋਂ ਭਾਈ ਬਚਿੱਤਰ ਸਿੰਘ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਬਚਿੱਤਰ ਸਿਆ ਹਾਥੀ ਦਾ ਮੁਕਾਬਲਾ ਕਰਨਾ ਹੈ, ਉਹ ਕਹਿੰਦਾ ਜੀ ਮੇਰੀ ਕੀ ਸਮਰੱਥ ਹੈ? ਤੇ ਸਤਿਗੁਰੂ ਕਹਿੰਦੇ ਵੀ ਅਸੀਂ ਤੇਰੇ ਸਿਰ ਤੇ ਹੱਥ ਰੱਖਾਂਗੇ। ਕਹਿੰਦਾ ਜੀ ਫਿਰ ਇੱਕ ਹਾਥੀ ਕੌਣ ਹੁੰਦਾ? ਜਿੰਨੇ ਕਹੋ ਉਹਨਿਆਂ ਨਾਲ ਕਰ ਲਾਂਗਾ। ਜਦੋਂ ਤੁਹਾਡਾ ਸਿਰ ਤੇ ਹੱਥ ਹੈ ਤੇ ਫਿਰ ਬਾਕੀ ਕੀ? ਫਿਰ ਤਾਂ ਬਾਕੀ ਕੁਝ ਵੀ ਨਹੀਂ। ਜਦੋਂ ਗੁਰੂ ਤੁਹਾਡੇ ਤੇ ਕਿਰਪਾ ਕਰਦਾ, ਜਦੋਂ ਆਪਾਂ ਇਹ ਸਮਝ ਲਈਏ ਕਿ ਇਹ ਘਰ ਮੈਨੂੰ ਗੁਰੂ ਨੇ ਦਿੱਤਾ ਹੈ, ਇਹ ਮਾਇਆ ਮੈਨੂੰ ਗੁਰੂ ਨੇ ਦਿੱਤੀ ਹੈ, ਇਹ ਪਰਿਵਾਰ ਮੈਨੂੰ ਗੁਰੂ ਨੇ ਦਿੱਤਾ ਹੈ। ਕਿੰਨੇ ਵਾਰੀ ਗੁਰੂ ਕਿਹਾ ਤੁਸੀਂ? ਆਪਾਂ ਆਪਸ ਵਿੱਚ ਮਿਲਦੇ ਆ ਤੇ ਸਾਨੂੰ ਕੀ ਹੁਕਮ ਹੈ? ਸਾਨੂੰ ਹੁਕਮ ਇਹ ਹੈ ਕਿ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਗਜਾਵੈ। ਹੁਣ ਤੁਸੀਂ ਕੀ ਬੋਲਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਵਾਰੀ ਤੁਸੀਂ ਕਿਹਾ, 2 ਵਾਰੀ ਸਾਹਮਣੇ ਵਾਲੇ ਨੇ ਕਿਹਾ, ਤੇ ਇਹਦੇ ਤੋਂ ਬਿਨਾਂ ਵੀ ਤੇ ਮਿਲਿਆ ਜਾ ਸਕਦਾ ਹੈ। ਹਾਂ ਭਾਈ ਕੀ ਹਾਲ ਹੈ? ਹੱਥ ਮਿਲਾ ਕੇ ਮਿਲਿਆ ਜਾ ਸਕਦਾ ਹੈ। ਹੁਣ ਤਾਂ ਉਲਟਾ ਕੰਮ ਹੋ ਗਿਆ। ਪਤਾ ਨਹੀਂ ਉਹ ਕੀ ਕਰਦੇ ਨੇ, ਐ ਕਰਕੇ ਮੁੱਠੀਆਂ ਜੀਆਂ ਮੀਟ ਕੇ ਨਾ ਇੱਕ ਦੂਜੇ ਨੂੰ ਐ ਕਰਦੇ ਨੇ, ਪਤਾ ਨਹੀਂ ਚੈੱਕ ਕਰਦੇ ਨੇ ਵੀ। ਉਹ ਅੱਜ ਜਦੋਂ ਦਾ ਕਰੋਨਾ ਹੋਇਆ ਹੈ ਨਾ, ਉਦੋਂ ਦਾ ਇਹ ਵੀ ਇੱਕ ਟੈਸਟ ਹੁੰਦਾ ਹੈ ਬੰਦੇ ਦਾ, ਕਿ ਐਨਰਜੀ ਟੈਸਟ ਕਰਦੇ ਨੇ। ਪਤਾ ਨਹੀਂ ਉਹ ਟੈਸਟ ਕਰਦੇ ਇੱਦਾਂ ਘਸੋਨੇ ਜਿਹਾ ਮਾਰ ਕੇ ਇੱਕ ਦੂਜੇ ਨੂੰ। ਅਸੀਂ ਇਹ ਵੀ ਇੱਕ ਤਰੀਕਾ ਹੈ, ਮਿਲਣਾ ਹੀ ਹੈ ਨਾ, ਤੇ ਵਾਹਿਗੁਰੂ ਕਹਿ ਕੇ ਮਿਲ ਲਓ। ਜੇ ਮਿਲਣਾ ਹੀ ਹੈ ਤੇ ਉਹਦੇ ਵਿੱਚ ਕਹੋ ਕਿ ਵਾਹਿਗੁਰੂ ਜੀ ਕੀ ਫਤਿਹ। ਮੇਰਾ ਕਾਰੋਬਾਰ, ਮੇਰਾ ਪਰਿਵਾਰ, ਮੇਰੀਆਂ ਗੱਡੀਆਂ, ਮੇਰੀ ਸਰਕਾਰ, ਇਹ ਸਭ ਵਾਹਿਗੁਰੂ ਜੀ ਕੀ ਫਤਿਹ। ਸਭ ਉਹਦੀ ਕਿਰਪਾ ਹੈ, ਇਹ ਸਭ ਉਹਦੀ ਜੈ ਜੈਕਾਰ ਹੈ, ਸਭ ਉਹਦੀ ਰਹਿਮਤ ਹੈ। ਵੇਖੋ ਗੱਲ ਬੜੀ ਸਿੱਧੀ ਹੈ, ਕਬਜ਼ਾ ਤੇ ਤੁਹਾਡਾ ਹੀ ਹੈ। ਵਰਤ ਤੁਸੀਂ ਰਹੇ ਹੋ, ਰਹਿ ਤੁਸੀਂ ਰਹੇ ਹੋ, ਸੁਖ ਆਰਾਮ ਤੁਸੀਂ ਮਾਣ ਰਹੇ ਹੋ, ਤੇ ਇੰਨੀ ਗੱਲ ਕਹਿਣ 'ਚ ਕੀ ਹਰਜ ਹੈ ਕਿ ਤੋ ਪ੍ਰਸਾਦ ਸੁਖੀ ਸਦ ਹੀ। ਤੁਹਾਡੀ ਕਿਰਪਾ ਹੈ ਜੀ, ਆਨੰਦ ਲੈ ਰਹੇ ਆ। ਜਦੋਂ ਆਪਾਂ ਕੋਈ ਕਹਿੰਦਾ ਹੈ ਵੀ ਸੁਣਾ ਬਈ ਕਿੱਦਾਂ, ਤਾਂ ਆਪਾਂ ਕੀ ਕਹਿੰਦੇ ਆ? ਤੁਹਾਡਿਆਂ ਵੱਡਿਆਂ ਦੀਆਂ ਸੀਸਾਂ ਨੇ, ਵੱਡੇ ਇੰਨੇ 'ਚ ਖੁਸ਼ ਹੋ ਜਾਂਦੇ ਨੇ। ਇਹਦਾ ਅਰਥ ਇਹ ਨਹੀਂ ਕਿ ਅਸੀਂ ਉਹਨੂੰ ਕੁਛ ਦੇ ਰਹੇ ਹਾਂ, ਕੁਛ ਨਹੀਂ ਦੇ ਰਹੇ ਅਸੀਂ। ਗੁਰੂ ਦਾ ਸ਼ਬਦ ਤੁਹਾਨੂੰ ਜਿਉਂਦਿਆਂ ਮਾਰਦਾ। ਗੁਰੂ ਦੇ ਸ਼ਬਦ ਦੇ ਨਾਲ ਹਰੀ ਦਾ ਨਾਮ ਹਿਰਦੇ ਵਿੱਚ ਆ ਕੇ ਵਸਦਾ ਹੈ। 3 ਗੁਣ ਸਭਾ ਧਾਤ ਹੈ, ਦੂਜਾ ਭਾਉ ਵਕਾਰ। ਜਿਹੜਾ ਦੂਜਾ ਪਿਆਰ ਹੈ ਉਹ ਵਕਾਰ ਨੇ,
ਮਾਇਆ ਜਿਹੜੀ ਹੈ ਇਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਤਿੰਨਾਂ ਵਿੱਚ ਹੀ ਹੈ। ਮਤ ਸੋਚਣਾ ਸਤੋ ਗੁਣ ਧਰਮ ਹੈ, ਨਹੀਂ, ਇਹ ਵੀ ਇੱਕ ਮਾਇਆ ਦਾ ਹੀ ਰੂਪ ਹੈ। ਫਿਰ ਪੰਡਤ ਪੜੇ ਬੰਧਨ ਮੋਹ ਬਾਂਧਾ, ਨੈ ਬੂਝੇ ਵਿਖਿਆ ਪਿਆਰ। ਵਿਦਵਾਨ ਲੋਕ ਮਾਇਆ ਨੂੰ ਕਹਿੰਦੇ ਸੀ ਨਹੀਂ ਮੰਨਦੇ, ਪਰ ਤੁਹਾਨੂੰ ਕੋਈ ਬੰਦਾ ਐਸਾ ਮਿਲਿਆ ਜਿਹੜਾ ਬਿਨਾਂ ਮਾਇਆ ਦੇ ਲਾਲਚ ਤੋਂ ਕਿਸੇ ਮੰਦਰ ਮੱਥਾ ਟੇਕਦਾ ਹੋਵੇ, ਕਿਤੇ ਜਾ ਕੇ ਕੋਈ ਪਾਠ ਕਰਦਾ ਹੋਵੇ। ਅਸੀਂ ਜਿੰਨੇ ਧਰਮ ਕਰਮ ਕਰਦੇ ਹਾਂ ਉਹਨਾਂ ਦੇ ਪਿੱਛੇ ਵੀ ਜਿਹੜੀ ਸਾਡੀ ਮੂਲ ਭਾਵਨਾ ਹੈ ਉਹ ਇਹੀ ਹੈ ਕਿ ਪ੍ਰਮਾਤਮਾ ਗੱਫੇ ਖੁੱਲ੍ਹੇ ਦੇ ਦੇਵੇ ਸਾਨੂੰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਿਆਰ ਤੇ ਫਿਰ ਵਿਖਿਆ ਨਾਲ ਹੀ ਹੈ ਨਾ, ਮਾਇਆ ਨਾਲ ਹੀ ਹੈ। ਸਤਿਗੁਰ ਮਿਲਿਆ ਤੇਰੇ ਕੁੱਟੀ ਛੁੱਟੈ, ਚੌਥੇ ਪਦ ਮੁਕਤ ਦਵਾਰ। ਗੁਰੂ ਮਿਲੇਗਾ, ਮੱਥੇ ਦੀਆਂ ਚੂੜੀਆਂ ਮੁੱਕ ਜਾਣਗੀਆਂ, ਅੰਦਰ ਦਾ ਈਰਖਾ ਵਾਲਾ ਭਾਵ ਖਤਮ ਹੋ ਜਾਏਗਾ, ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋਏਗਾ। ਗੁਰ ਤੇ ਮਾਰਗ ਪਾਈਐ, ਚੂਕੈ ਮੋਹ ਗੁਬਾਰ। ਗੁਰੂ ਦੀ ਕਿਰਪਾ ਦੇ ਨਾਲ ਸਹੀ ਰਸਤਾ ਮਿਲਦਾ ਹੈ, ਹੰਕਾਰ ਖਤਮ ਹੁੰਦਾ ਹੈ। ਸ਼ਬਦ ਮਰੇ ਤਾਂ ਉਧਰੈ, ਪਾਏ ਮੋਖ ਦਵਾਰ। ਸ਼ਬਦ ਵਿੱਚ ਮਰਨਾ ਪਏਗਾ, ਬਾਣੀ ਦੇ ਵਿੱਚ ਆਪੇ ਭਾਵ ਨੂੰ ਖਤਮ ਕਰਨਾ ਹੋਏਗਾ। ਗੁਰਬਾਣੀ ਪੜ੍ਹਦਿਆਂ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਇਨਸਾਨ ਤੂੰ ਕੁਝ ਵੀ ਨਹੀਂ ਹੈ, ਤੇਰੀ ਕੋਈ ਪਾਇਆ ਨਹੀਂ ਹੈ, ਤੇਰੀ ਕੋਈ ਸਮਰੱਥਾ ਨਹੀਂ ਹੈ। ਇਸ ਕਰਕੇ ਗੁਰ ਪ੍ਰਸਾਦੀ ਮਿਲ ਰਹਿ, ਸੱਚ ਨਾਮ ਕਰਤਾਰ। ਗੁਰੂ ਦੀ ਕਿਰਪਾ ਨਾਲ ਤੈਨੂੰ ਪਰਮਾਤਮਾ ਮਿਲੇਗਾ, ਤੈਨੂੰ ਪਰਮਾਤਮਾ ਦਾ ਨਾਮ ਮਿਲੇਗਾ। ਇਹ ਮਨੁਆ ਅਤ ਸੁਬਲ ਹੈ। ਤੈਨੂੰ ਪਤਾ ਹੈ ਇਸ ਮਨ ਦੀ ਤਾਕਤ ਕਿੰਨੀ ਹੈ? ਅਸੀਂ ਘੋੜਿਆਂ ਦੀ ਤਾਕਤ ਨਾਲ ਗੱਡੀਆਂ, ਟਰੱਕਾਂ, ਟ੍ਰੇਨਾਂ ਸਭ ਦੀ ਤਾਕਤ ਮਾਪ ਲਈ। ਇਹਨੇ ਹਾਰਸ ਪਾਵਰ ਹੈ, ਇਹਨੇ ਹਾਰਸ ਪਾਵਰ ਹੈ, ਇਹਨੇ ਘੋੜਿਆਂ ਦੀ ਤਾਕਤ ਹੈ ਜੀ ਇਹਦੇ 'ਚ। ਇਹ ਘੋੜੇ ਦੀ ਤਾਕਤ ਨੇ ਦੁਨੀਆ ਦੀ ਤਾਕਤ ਦਾ ਮਾਪ ਤੋਲ ਬੰਨ੍ਹ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਮਨ ਦੀ ਤਾਕਤ ਦਾ ਨਹੀਂ ਪਤਾ। ਮਨ ਬਹੁਤ ਤਾਕਤਵਰ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਤੋ ਇਹਦੇ ਜਦੋਂ ਇਹ ਸੱਚੇ ਪਾਤਸ਼ਾਹ ਦਾ ਉਪਦੇਸ਼ ਜਦੋਂ ਭਗਤ ਕਬੀਰ ਜੀ ਸਮਝਾਉਂਦੇ ਨੇ ਨਾ, ਕਹਿੰਦੇ ਕਹਿ ਕਬੀਰ ਅਬ ਜਾਣਿਆ, ਕਹਿੰਦੇ ਹੁਣ ਮੈਨੂੰ ਪਤਾ ਲੱਗਿਆ। ਜਬ ਜਾਣਿਆ ਤੋ ਮਨ ਮਾਨਿਆ, ਕਹਿੰਦੇ ਮੇਰਾ ਮਨ ਮੰਨ ਗਿਆ। ਕੀ ਮਨ ਮਾਨੈ ਲੋਕ ਨਾ ਭਤੀਜੈ, ਮੇਰਾ ਮਨ ਮੰਨਿਆ ਤੇ ਦੁਨੀਆ ਨਹੀਂ ਸਹਿਮਤ ਹੋਈ। ਕਹਿੰਦੇ ਨਾ ਭਤੀਜੈ ਤੋ ਕਿਆ ਕੀਜੈ, ਨਹੀਂ ਤੇ ਨਾ ਸਹੀ, ਮੈਂ ਲੋਕਾਂ ਤੋਂ ਕੀ ਲੈਣਾ। ਜਦੋਂ ਤੁਹਾਡੇ ਬੱਚੇ ਦਾ ਮਨ ਮੰਨ ਗਿਆ, ਤੁਹਾਡਾ ਮਨ ਮੰਨ ਗਿਆ, ਫਿਰ ਤੁਸੀਂ ਲੋਕਾਂ ਦੀ ਲੋਕ ਲਾਜ ਛੱਡ ਦਿਓਗੇ, ਲੋਕਾਂ ਦੀ ਕਾਣ ਮਥਾਜੀ ਛੱਡ ਦਿਓਗੇ। ਫਿਰ ਪਿਓ ਵੀ ਹੱਥ ਜੋੜਦਾ ਹੈ, ਬੱਚੇ ਵੀ ਹੱਥ ਜੋੜਦੇ ਨੇ, ਪਤੀ ਪਤਨੀ ਇੱਕ ਦੂਜੇ ਅੱਗੇ ਹੱਥ ਜੋੜਦੇ ਨੇ। ਉਹ ਕਹਿੰਦਾ ਜੀ ਮੈਂ ਤੇ ਫੈਸਲਾ ਕਰ ਲਿਆ। ਪੁੱਛੋ ਫੈਸਲਾ ਕਿਹੜੀ ਪੰਚਾਇਤ ਨਾਲ ਕੀਤਾ ਹੈ? ਨਹੀਂ, ਉਹਨੇ ਆਪਣੇ ਮਨ ਨਾਲ ਕਰ ਲਿਆ। ਮਨ ਤੋਂ ਤਾਕਤਵਰ ਦੁਨੀਆ ਦੇ ਵਿੱਚ ਕੁਛ ਨਹੀਂ ਹੈਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਮਨੁਆ ਅਤ ਸੁਬਲ ਹੈ, ਛੱਡੇ ਨਾ ਕਿਤੇ ਉਪਾਏ। ਦੂਜੇ ਭਾਏ ਦੁੱਖ ਲਾਏਂਦਾ, ਬਹੁਤੀ ਦੇ ਸਜਾਏ। ਪਰ ਇਹ ਚੇਤਾ ਰੱਖਣਾ, ਇਹ ਤੁਹਾਨੂੰ ਦੂਜੇ ਪਾਸੇ ਲੈ ਜਾਏਗਾ। ਪਾਵਰਫੁਲ ਹੈ, ਬਹੁਤ ਤਾਕਤਵਰ ਹੈ, ਪਰ ਜਦੋਂ ਦੂਜੇ ਪਾਸੇ ਚਲੇ ਗਏ ਫਿਰ ਤੁਹਾਨੂੰ ਦੁੱਖਾਂ ਤੋਂ ਬਚਾ ਕੋਈ ਨਹੀਂ ਸਕਦਾ। ਕਿਉਂਕਿ ਸੁੱਖ ਦੇਣ ਵਾਲਾ ਤੇ ਕੇਵਲ ਵਾਹਿਗੁਰੂ ਹੈ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਨਾਨਕ ਨਾਮ ਲੱਗੇ ਸੇ ਉਭਰੇ, ਹਉਮੈ ਸ਼ਬਦ ਗਵਾਏ। ਜਿਹੜੇ ਨਾਮ ਨਾਲ ਲੱਗੇ ਉਹ ਬਚੇ ਨੇ। ਜਿਨ੍ਹਾਂ ਨੇ ਸ਼ਬਦ ਦੇ ਨਾਲ ਆਪਣੀ ਹਉਮੈ ਨੂੰ ਖਤਮ ਕੀਤਾ, ਉਹਨਾਂ ਦੇ ਜੀਵਨ ਦੇ ਵਿੱਚ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਬਖਸ਼ਿਸ਼ਾਂ ਕੀਤੀਆਂ ਨੇ। ਇਤਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ